ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਸਪੈਸ਼ਲ ਟੀਵੀ 84 ਸ਼ੋਅ ਦੇ ਨਾਲ ਵੀਓ। ਜਿਸ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਦੇ 65ਵੀਂ ਰਿਪਬਲਿਕ ਡੇ ਮੌਕੇ ਅਮਰੀਕਾ ਦੇ ਪ੍ਰੈਜ਼ੀਡੈਂਟ ਓਬਾਮਾ ਨਵੀਂ ਦਿੱਲੀ ਵਿੱਚ ਸਪੈਸ਼ਲ ਗੈਸਟ ਦੇ ਤੌਰ ਤੇ ਸ਼ਾਮਿਲ ਹੋਏ। ਪਿਛਲੇ ਲਗਭਗ 8 ਮਹੀਨੇ ਤੋਂ ਦਿੱਲੀ ਤਖਤ ਤੇ ਕਾਬਜ਼ ਮੋਦੀ ਸਰਕਾਰ ਵੱਲੋਂ ਪ੍ਰੈਜ਼ੀਡੈਂਟ ਓਬਾਮਾ ਦੀ ਵਿਜ਼ਿਟ ਨੂੰ ਆਪਣੀਆਂ ਹਿੰਦੂਤਵੀ ਨੀਤੀਆਂ ਲਈ ਕਲੀਨ ਚਿੱਟ ਵਜੋਂ ਉਭਾਰਿਆ ਜਾ ਰਿਹਾ ਸੀ। ओबामा ਦੀ ਵਿਜ਼ਿਟ ਤੋਂ ਕੁਝ ਸਮਾਂ ਪਹਿਲਾਂ ਸਿੱਖ ਜੁੱਸੇ ਜਥੇਬੰਦੀ ਨੇ ਵਾਈਟ ਹਾਊਸ ਨੂੰ ਐਡਰੈਸ ਇੱਕ ਪਟੀਸ਼ਨ ਕੈਂਪੇਨ ਕੀਤਾ ਸੀ, ਜਿਸ ਵਿੱਚ 1 ਲੱਖ ਤੋਂ ਜ਼ਿਆਦਾ ਸਿਗਨੇਚਰਸ ਨੇ ਵਾਈਟ ਹਾਊਸ ਤੋਂ ਮੰਗ ਕੀਤੀ ਸੀ ਕਿ ਪ੍ਰੈਜ਼ੀਡੈਂਟ ਓਬਾਮਾ ਆਪਣੀ ਭਾਰਤ ਯਾਤਰਾ ਦੌਰਾਨ ਮੋਦੀ ਨਾਲ ਇਹਨਾਂ 3 ਨੁਕਤਿਆਂ ਤੇ ਗੱਲ ਕਰੇ। ਇਹਨਾਂ 3 ਨੁਕਤਿਆਂ ਵਿੱਚ ਸਿੱਖ ਨੁਮਾਇੰਦਿਆਂ ਵੱਲੋਂ ਭਾਰਤੀ ਸੰਵਿਧਾਨ ਦੇ ਡਰਾਫਟ ਤੇ ਦਸਤਖਤ ਨਾ ਕਰਨਾ, ਭਾਰਤੀ ਸੰਵਿਧਾਨ ਦੇ ਆਰਟੀਕਲ 25 ਹੇਠ ਸਿੱਖਾਂ ਨੂੰ ਹਿੰਦੂ ਐਲਾਨਣਾ ਅਤੇ ਜੂਨ 84 ਨਵੰਬਰ 84 ਸਮੇਤ ਸਿੱਖ ਨਸਲਕੁਸ਼ੀ ਦੀ ਗੱਲ। ਸਿੱਖਾਂ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਨੀ ਕਿ ਸਵੈ ਨਿਰਣੈ ਦਾ ਹੱਕ ਵੀ ਸ਼ਾਮਿਲ ਸੀ। ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ 3 ਰੋਜ਼ਾ ਸਰਕਾਰੀ ਦੌਰੇ ਦੇ ਅਖੀਰਲੇ ਦਿਨ ਸ਼੍ਰੀ ਫੋਰਟ ਆਡੀਟੋਰੀਅਮ ਦੇ ਵਿੱਚ ਲਗਭਗ 35 ਮਿੰਟ ਦਾ ਭਾਸ਼ਣ ਦਿੱਤਾ, ਜਿਸ ਦੀ 4 ਚੁਫੇਰੇ ਬਹੁਤ ਚਰਚਾ ਹੋਈ। ਇਸ ਭਾਸ਼ਣ ਵਿੱਚ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਭਾਰਤੀ ਹਾਕਮਾਂ ਨੂੰ ਨਸੀਹਤ ਦਿੱਤੀ ਕਿ ਉਹ ਤਾਂ ਹੀ ਤਰੱਕੀ ਕਰ ਸਕਣਗੇ ਜੇ ਫਿਰਕੋਂ ਲੀਹਾਂ ਤੇ ਵੰਡੇ ਨਾ ਜਾਣਗੇ। ਉਹਨਾਂ ਨੇ ਇਸ ਲੈਕਚਰ ਵਿੱਚ ਸੰਵਿਧਾਨ ਦੀ ਧਾਰਾ 25 ਦਾ ਵੀ ਜ਼ਿਕਰ ਕੀਤਾ। ਮੀਡੀਆ ਅਤੇ ਸਿੱਖ ਸੰਗਤਾਂ ਵਿੱਚ ਪ੍ਰੈਜ਼ੀਡੈਂਟ ਓਬਾਮਾ ਦੇ ਭਾਸ਼ਣ ਨੂੰ ਲੈ ਕੇ ਅੱਡ-ਅੱਡ ਇੰਟਰਪ੍ਰੀਟੇਸ਼ਨਸ ਹੋ ਰਹੀਆਂ ਹਨ। ਅੱਜ ਸਾਡੇ ਸਟੂਡੀਓ ਦੇ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਆਏ ਹੋਏ ਹਨ। ਅਸੀਂ ਇਹਨਾਂ ਨਾਲ ਪ੍ਰੈਜ਼ੀਡੈਂਟ ਓਬਾਮਾ ਦੀ ਭਾਰਤ ਵਿਜ਼ਿਟ ਅਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਇੰਡੀਆ ਡਿਪੋਰਟ ਕਰਨ ਬਾਰੇ ਅਤੇ ਹੋਰ ਪੰਥਕ ਮਸਲਿਆਂ ਬਾਰੇ ਗੱਲਬਾਤ ਕਰਾਂਗੇ। ਤੇ ਸਾਨੂੰ ਹੁਣ ਸ਼ਾਮਿਲ ਨੇ ਡਾਕਟਰ ਅਮਰਜੀਤ ਸਿੰਘ ਅਤੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਫਰਸਟ ਆਫ ਆਲ ਵੈਲਕਮ ਬੈਕ ਟੂ TV 84 special। Thank you so much. ਵੀਰ ਜੀ, as we're talking to you, as you know ਕਿ today is February 3rd, ਜਿਹੜਾ ਕਿ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਜਨਮ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਇਸ ਦੇ ਨਾਲ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਹਾਂ ਵੀ ਸਮੁੱਚਾ ਸਿੱਖ ਜਗਤ ਅੱਜ ਭਗਤ ਰਵਿਦਾਸ ਜੀ, ਜਿਨ੍ਹਾਂ ਦੀ ਬਾਣੀ ਦੇ ਲਗਭਗ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਜੀ, ਉਹਨਾਂ ਦਾ ਪ੍ਰਕਾਸ਼ ਦਿਵਸ ਮਨਾ ਰਹੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ, ਹਾਂਜੀ, ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਜੀ, ਉੱਥੇ ਭਗਤ ਜਨਾਂ ਦੀ, ਭੱਟਾਂ ਦੀ ਔਰ ਗੁਰੂ ਸਾਹਿਬ ਦੇ ਆਪਣੇ ਸਿੱਖ ਜਿਨ੍ਹਾਂ ਦੇ ਵਿੱਚ ਭਾਈ ਸੱਤਾ ਬਲਵੰਡ, ਭਾਈ ਸੁੰਦਰ ਸ਼ਾਮਲ ਨੇ ਜੀ, ਉਹਨਾਂ ਦੀ ਬਾਣੀ ਵੀ ਦਰਜ ਹੈ। ਅਸੀਂ ਉਸ ਨੂੰ ਸੀਸ ਝੁਕਾਉਂਦੇ। ਸੋ ਇਸ ਮੁਬਾਰਕ ਦਿਨ ਤੇ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ। ਹਾਂਜੀ, ਔਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ, ਅਕਸਰ ਮੈਂ ਆਪਣੀਆਂ ਲਿਖਤਾਂ ਦੇ ਵਿੱਚ ਔਰ ਆਪਣੇ ਅਲੱਗ-ਅਲੱਗ ਇੰਟਰਵਿਊਜ਼ 'ਚ ਲਗਾਤਾਰਤਾ ਦੇ ਨਾਲ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਨੇ ਉਸ ਗੁਰਮਤ ਦੇ ਫਲਸਫੇ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ, ਹਾਂਜੀ, ਉਸ ਸਮਾਜ ਦੀ ਨੀਂਹ ਰੱਖੀ ਜਿਸ ਪ੍ਰਥਾਏ ਗੁਰੂ ਸਾਹਿਬ ਨੇ ਕਿ ਕਿੱਥੇ ਉਸ ਸਮਾਜ ਦੀ ਸਟਰੈਂਥ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਜਿੱਥੇ ਨਿਮਾਣੇ, ਨਿਤਾਣੇ, ਓਪਰੈਸਡ, ਸੁਪਰੈਸਡ, ਰਿਪਰੈਸਡ ਲੋਕ, ਜਿੱਥੇ ਉਹਨਾਂ ਦੀ ਸਾਂਭ ਸੰਭਾਲ ਹੈ, ਜਿੱਥੇ ਉਹਨਾਂ ਨੂੰ ਡਿਗਨਿਟੀ ਔਰ ਆਨਰ ਮਿਲੇਗਾ, ਉੱਥੇ ਹੀ ਨਿਰੰਕਾਰ ਦੀ ਬਖਸ਼ਿਸ਼ ਹੋਏਗੀ, ਉੱਥੇ ਹੀ ਉਸ ਦੀ ਨਿਰੰਕਾਰ ਦੀ ਨਜ਼ਰ ਹੋਏਗੀ। ਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਜੈਤਾ ਜੀ, ਜਿਹੜੇ ਕਿ ਦਿੱਲੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਫਰਮਾਇਆ ਸੀ, ਰੰਗਰੇਟੇ ਗੁਰੂ ਕੇ ਬੇਟੇ, ਸਨਸ ਆਫ ਦਾ ਗੁਰੂ ਜੀ। ਔਰ 10ਵੇਂ ਪਾਤਸ਼ਾਹ ਨੇ ਖਾਲਸਾ ਸਿਰਜਣਾ, ਜਿਸ ਦੇ ਵਿੱਚ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਸਭ ਵਿਤਕਰੇ ਖਤਮ ਕੀਤੇ, ਉਹਨਾਂ ਨੂੰ ਆਪਣੇ ਪਿਆਰੇ ਬਣਾਇਆ। ਔਰ ਇਹ ਫਿਰ ਫਰਮਾਇਆ कि इन गरीब सिखन को देऊं पातशाही, ये याद रखें हमारी गुरियाई। कि मैं इन्हां गरीब सिखां नूं, इन्हां निमाणियां निताणियां नूं सॉवरनिटी दे रहे। सो साडी स्ट्रेंथ इस च लाई करदी है। ये बदकिस्मती दी गल है कि ब्राह्मणवाद दा प्रभाव जिहड़ा अज भी 5.5 सदियां दे सिख धर्म दे होण च आउण तो बाद भी ਅਸੀਂ नहीं ਛੱਡਿਆ। ਸਾਡੇ ਚੋਂ ਹੀ ਜ਼ਾਤ ਪਾਤੀ ਨਫ਼ਰਤ ਹੈ,
ਹਾਂਜੀ। ਉਹੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜੇ ਭਗਤ ਰਵਿਦਾਸ ਜੀ ਦੀ ਯਾਦ ਵਿੱਚ ਨਗਰ ਕੀਰਤਨ ਨਿਕਲ ਰਿਹਾ ਹੁੰਦਾ ਹੈ ਜੀ ਤੇ ਅਸੀਂ ਸਮਝਦੇ ਹਾਂ ਕਿ ਜਿਵੇਂ ਇਸ ਨਾਲ ਸਾਡੀ ਕੋਈ ਸਾਂਝ ਨਹੀਂ ਹੈ। ਔਰ ਜਿਸ ਕਿਸਮ ਦਾ ਵਰਤਾਰਾ ਅਸੀਂ ਸਮਾਜਿਕ ਤੌਰ ਤੇ ਇਸ ਵਰਗ ਨਾਲ, ਦਲਿਤ ਵਰਗ ਨਾਲ ਕੀਤਾ ਹੈ, ਜੀ ਉਸ ਦਾ ਹੀ ਨਤੀਜਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ ਹਾਂਜੀ ਪੰਜਾਬ ਦੇ ਵਿੱਚ ਮੁੱਖ ਧਾਰਾ ਸਿੱਖ ਧਰਮ ਦੇ ਵਿੱਚ ਇਹ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ। ਜੀ ਜਿਸ ਕਿਸਮ ਦੇ ਤੌਰ ਤਰੀਕੇ ਦੇ ਨਾਲ ਅੰਮ੍ਰਿਤ ਬਾਣੀ ਗ੍ਰੰਥ ਜਿਹੜਾ ਹੈ ਉਹ ਬਰਾਬਰ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਮੈਂ ਵਧਾਈ ਦਿੰਦਾ ਆਪਣੇ ਉਹਨਾਂ ਸਾਰੇ ਹੀ ਸਮੂਹ ਦਲਿਤ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਐਫਰਟ ਜਿਹੜਾ ਹੈ ਉਹ ਕਾਮਯਾਬ ਨਹੀਂ ਹੋਣ ਦਿੱਤਾ। ਬਹੁਤ ਥੋੜ੍ਹੀਆਂ ਥਾਵਾਂ ਤੇ ਏਜੰਸੀਆਂ ਕਾਮਯਾਬ ਰਹੀਆਂ, ਬਹੁਤ ਸਾਰੀਆਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹੀ ਜਿਹੜਾ ਹੈ ਉਹ ਕਾਇਮ ਰੱਖਿਆ ਗਿਆ। ਔਰ ਮੈਂ ਸਮਝਦਾ ਵੀ ਅਸੀਂ ਅੱਜ ਦੇ ਇਸ ਮੁਬਾਰਕ ਦਿਨ ਇਸ ਪ੍ਰਣ ਨੂੰ ਵੀ ਦੁਹਰਾਈਏ ਕਿ ਭਾਈ ਗੁਰੂ ਦੀ ਜਿਹੜੀ ਸਿੱਖਿਆ ਸੀ, ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਿਰਜ ਕੇ ਇਹ ਫਰਮਾਇਆ ਸੀ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਕੋਈ ਜ਼ਾਤ ਪਾਤ ਜਿਹੜੀ ਹੈ ਉਹ ਤੁਹਾਨੂੰ ਆਪਸ ਦੇ ਵਿੱਚ ਵੰਡ ਨਹੀਂ ਸਕੇਗੀ। ਅਸੀਂ ਇਸ ਜ਼ਾਤ ਪਾਤੀ ਚਿੱਕੜ ਚੋਂ, ਇਸ ਜ਼ਾਤ ਪਾਤੀ ਕੋੜ ਜਿਸ ਨੂੰ ਮੈਂ ਕਹਿੰਦਾ ਇਸ ਚੋਂ ਨਿਕਲੀਏ ਔਰ ਜਿੱਥੇ ਸਾਡੀ ਅਸਲੀ ਸਟਰੈਂਥ ਲਾਈ ਕਰਦੀ ਹੈ, ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਇਹਨਾਂ 'ਚ ਮੈਂ ਕਿ ਇਹਨਾਂ ਦੀ ਬਦੌਲਤ ਹੀ ਮੈਂ ਬਣਿਆ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਸੋ ਉਸ ਖਾਲਸੇ ਦੀ ਸਟਰੈਂਥ ਉਸ ਨਿਮਾਣਿਆਂ ਨਿਤਾਣਿਆਂ 'ਚ ਹੀ। ਔਰ ਮੈਂ ਅਕਸਰ ਇਹ ਸਟੇਟਮੈਂਟ ਦੁਹਰਾਉਂਦਾ ਕਿ ਸਿਕਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਔਰ ਇਸ ਸਪਿਰਿਟ ਨੂੰ ਜੇ ਅਸੀਂ ਅੱਗੇ ਲੈ ਕੇ ਤੁਰਾਂਗੇ, ਕਦੇ ਅਸੀਂ ਡਾਕਟਰ BR ਅੰਬੇਦਕਰ ਦੇ ਨਾਲ ਆਏ 9 ਕਰੋੜ ਦਲਿਤਾਂ ਨੂੰ ਸਿੱਖੀ ਦੇ ਉਸ ਵਿਹੜੇ 'ਚੋਂ ਵਾਪਸ ਮੋੜ ਦਿੱਤਾ ਸੀ, ਜਿਵੇਂ ਸਰ ਕਪੂਰ ਸਿੰਘ ਨੇ ਸਾਚੀ ਸਾਖ 'ਚ ਕਿਹਾ। ਔਰ ਅੱਜ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਜਿਸ ਚਲਾਕੀ ਨਾਲ ਸਿੱਖ ਸਮਾਜ ਨੂੰ ਵੰਡ ਰਹੀਆਂ ਨੇ, ਉਹ ਸੌਦਾ ਸਾਧ, ਭਨਿਆਰਾ, ਆਸ਼ੂਤੋਸ਼, ਰਾਧਾ ਸੁਆਮੀ, ਨਰਕਧਾਰੀ। ਤੇ ਜੇ ਅਸੀਂ ਇਸ ਸਿੱਖੀ ਦੀ ਸਪਿਰਿਟ ਨੂੰ ਨਹੀਂ ਸਮਝਾਂਗੇ ਕਿ ਸਿੱਖੀ ਤਾਂ ਨਿਮਾਣਿਆਂ ਨਿਤਾਣਿਆਂ ਨੂੰ ਗਲ ਨਾਲ ਲਾ ਕੇ ਉਹ ਬੇਟੇ ਔਰ ਬੇਟੀਆਂ ਗੁਰੂ ਕੇ ਸਿੰਘ ਔਰ ਕੌਰ ਨੇ, ਸ਼ਹਿਜ਼ਾਦੀਆਂ ਨੇ ਗੁਰੂ ਦੀਆਂ ਔਰ ਗੁਰੂ ਦੇ ਸ਼ੇਰ ਨੇ, ਤੇ ਫਿਰ ਅਸੀਂ ਖੇਰੂ ਖੇਰੂ ਹੋਵਾਂਗੇ। ਸੋ ਇਹ ਮੈਂ ਜ਼ਰੂਰ ਜਿਹੜਾ ਹੈ ਇਸ ਨੂੰ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਥੈਂਕ ਯੂ ਸੋ ਮਚ ਵੀਰ ਜੀ ਫॉर दैट। ਐਂਡ ਪੰਨੂ ਵੀਰ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਭਗਤ ਰਵਿਦਾਸ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਸੰਬੰਧੀ? ਸੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸਮੂਹ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ। ਹਾਂਜੀ। ਔਰ ਜਿਹੜਾ ਵੀ ਇਨਸਾਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਉਹ ਸਿੱਖ ਕਹਾਉਂਦਾ। ਔਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੀ ਕੋਈ ਜਾਤ, ਕੋਈ ਪਾਤ ਨਹੀਂ, ਸਿਰਫ ਉਹ ਸਿੱਖ ਹੈ। ਸੋ ਆਓ ਅੱਜ ਆਪਾਂ ਸਾਰੇ ਅਹਿਦ ਲਈਏ ਕਿ ਸਮੁੱਚੀ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਏ ਸਭ ਜਾਤ ਪਾਤ ਤੋਂ ਉੱਪਰ, ਔਰ ਇੱਕ ਅਹਿਦ ਕਰੀਏ ਕਿ ਰਾਜ ਬਿਨਾ ਨਾ ਧਰਮ ਚਲੇ हैं, धर्म बिना सब दले मले हैं। जो सवरैनिटी, जो खुद मुख्तियारी 10वें पातशाह ने सिख कौम ਨੂੰ ਬਖਸ਼ੀ, ਉਸ ਨੂੰ ਆਪਾਂ ਆਜ਼ਾਦੀ ਔਰ ਕਾਮਯਾਬੀ ਵੱਲ ਲੈ ਕੇ ਚੱਲੀਏ। ਜੀ ਬਿਲਕੁਲ, ਥੈਂਕ ਯੂ ਸੋ ਮਚ। ਤੇ ਵੀਰ ਜੀ, ਹੁਣ ਅਸੀਂ ਓਬਾਮਾ ਵਿਜ਼ਿਟ ਬਾਰੇ ਹੀ ਵਿਸ਼ੇਸ਼ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਓਬਾਮਾ ਨੇ ਵਿਜ਼ਿਟ ਕੀਤਾ 26 ਜਨਵਰੀ ਨੂੰ ਇੰਡੀਆ ਗਏ ਐਂਡ ਹੀ ਆਲਸੋ ਡਿਡ ਅ ਸਪੀਚ ਓਵਰ ਦੇਅਰ। ਸੋ ਓਵਰਆਲ ਤੁਸੀਂ ਇਸ ਸਭ ਨੂੰ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ? ਦੇਖੋ, ਓਬਾਮਾ ਦੀ 3 ਰੋਜ਼ਾ ਭਾਰਤ ਫੇਰੀ ਮੱਚ ਟਰੰਪੇਟਡ ਸੀ ਕਿ ਬਹੁਤ ਢੋਲ ਢਮੱਕੇ ਦੇ ਨਾਲ ਇਸ ਦਾ ਪ੍ਰਚਾਰ ਸੀ। ਹਾਂਜੀ। ਔਰ ਜਿਵੇਂ ਪਿਛਲੇ 7-8 ਮਹੀਨੇ 'ਚ ਮੋਦੀ ਸਰਕਾਰ ਔਰ ਜਿੰਨੇ ਵੀ ਹਿੰਦੂਤਵੀ ਉਹਨਾਂ ਦੇ ਆਰਗਨ ਨੇ RSS ਦੇ, ਉਹ ਵਿਸ਼ਵ ਹਿੰਦੂ ਪਰਿਸ਼ਦ ਹੋਏ, ਬਜਰੰਗ ਦਲ ਹੋਏ, ਸ਼ਿਵ ਸੈਨਾ ਹੋਏ, ਉਹਨਾਂ ਨੇ ਜਿਸ ਕਿਸਮ ਦਾ ਉੱਥੇ ਬਿਲਕੁਲ ਇੱਕ ਫਿਰਕੂਪੁਣੇ ਦਾ ਨੰਗਾ ਨਾਚ ਸ਼ੁਰੂ ਕੀਤਾ ਹੋਇਆ ਸੀ। ਕੋਈ ਘਰ ਵਾਪਸੀ ਦੇ ਨਾਂ ਥੱਲੇ, ਧਰਮ ਪਰਿਵਰਤਨ, ਕੋਈ ਲਵ ਜਿਹਾਦ ਦੇ ਨਾਂ ਥੱਲੇ, ਕੋਈ ਹੋਰ ਫਿਰਕੂ ਨਫ਼ਰਤ ਦੀਆਂ ਗੱਲਾਂ, ਸੰਸਕ੍ਰਿਤ ਨੂੰ ਲਾਗੂ ਕਰਨਾ ਔਰ ਧਮਕਾਉਣਾ ਘੱਟ ਗਿਣਤੀਆਂ ਨੂੰ। ਪੰਜਾਬ ਜਿਵੇਂ ਦੁਸਹਿਰੇ ਦੇ ਮੌਕੇ ਹਥਿਆਰਾਂ ਨਾਲ ਲੈਸ ਹੋ ਕੇ ਪੰਜਾਬ ਦੇ ਸ਼ਹਿਰਾਂ ਕਸਬਿਆਂ 'ਚ ਜਲੂਸ ਕੱਢੇ ਗਏ, ਸੋ ਇੱਕ ਇੰਟੀਮੀਡੇਸ਼ਨ। ਸੋ ਉਹ ਇਹ ਸਮਝਦੇ ਸੀ ਜਦੋਂ ਉਹਨਾਂ ਨੇ ਪਲਾਨ ਕੀਤਾ। ਔਰ ਜ਼ਾਹਰ ਹੈ ਵੀ ਅਮਰੀਕਾ ਦੇ ਵਿੱਚ ਗੁਜਰਾਤੀ ਵਪਾਰੀ ਐਡਮਿਨਿਸਟ੍ਰੇਸ਼ਨ 'ਚ ਬੈਠੇ ਹੁਣ ਗੁਜਰਾਤੀ ਔਰ ਕਾਰਪੋਰੇਟ ਅਮਰੀਕਾ ਵੀ, ਉਹਨਾਂ ਦਾ ਜ਼ੋਰ ਸੀ ਕਿ ਉਹ ਇਸ ਇਨਵੀਟੇਸ਼ਨ ਨੂੰ ਐਕਸੈਪਟ ਕਰੇ। ਇੱਕ ਤਾਂ ਉਹ ਕਲੀਅਰੈਂਸ ਚਾਹੁੰਦੇ ਸੀ ਕਿ ਵੀ ਸਾਨੂੰ ਜੋ ਸਾਡੀਆਂ ਨੀਤੀਆਂ ਨੇ ਓਬਾਮਾ ਆ ਕੇ ਜਾਏਗਾ
ਬੱਲੇ ਬੱਲੇ ਹੋਏਗੀ ਕਿ ਜੀ ਦੇਖੋ ਮੋਦੀ ਸਾਹਿਬ ਦੀ ਤਾਰੀਫ ਕਰ ਦਿੱਤੀ ਔਰ ਆ ਹੋ ਗਿਆ ਉਹ ਹੋ ਗਿਆ ਜੀ। ਤੇ ਦੂਸਰਾ ਜਿਹੜਾ ਕਾਰਪੋਰੇਟ ਅਮਰੀਕਾ ਦਾ ਇੰਟਰਸਟ ਇਹ ਸੀ ਵੀ ਜਦੋਂ ਮਨਮੋਹਨ ਸਿੰਘ ਸਰਕਾਰ ਵੇਲੇ ਬੁਸ਼ ਮਨਮੋਹਨ ਸਿੰਘ ਨੇ ਇੰਡੋ US ਨਿਊਕਲੀਅਰ ਟ੍ਰੀਟੀ ਕੀਤੀ ਜੀ। ਉਹ ਉੱਥੇ ਹੀ ਸ਼ੈਲਫ ਹੋਈ ਹੈ ਕਿਉਂਕਿ ਜਿਹੜਾ ਨਿਊਕਲੀਅਰ ਰਿਐਕਟਰ ਲਗਾਉਣ ਦੀ ਪ੍ਰੋਸੈਸ ਹੈ ਉਹ ਨਹੀਂ ਫੋਲੋ ਹੋਈ। ਉਹਦਾ ਰੀਜ਼ਨ ਕਿ ਉਸ ਤੋਂ ਬਾਅਦ ਇੰਡੀਆ ਨੇ ਜਿਹੜਾ ਲਾਇਬਿਲਟੀ ਐਕਟ ਪਾਸ ਕੀਤਾ ਪਾਰਲੀਮੈਂਟ ਦੇ ਵਿੱਚ, ਉਹਦੇ ਦੋ ਜਿਹੜੇ ਨੇ ਕਲੌਜ਼ ਜਿਨ੍ਹਾਂ ਬਾਰੇ ਅਮਰੀਕਾ ਨੂੰ ਹਮੇਸ਼ਾ ਇਤਰਾਜ਼ ਰਿਹਾ ਔਰ ਇਹਦੇ ਕਰਕੇ ਫਰਾਂਸ ਔਰ ਰਸ਼ੀਆ ਨੇ ਵੀ ਉਹਨਾਂ ਨੂੰ ਨਹੀਂ ਵੇਚੇ ਰਿਐਕਟਰ। ਇੱਕ ਤਾਂ ਇਹ ਸੀ ਕਿ ਵੀ ਜਿਹੜਾ ਪ੍ਰੋਸੈਸਡ ਯੂਰੇਨੀਅਮ ਹੈ ਜਿਹਨੂੰ ਲੈਫਟ ਓਵਰ ਫਿਊਲ ਕਹਿੰਦੇ ਨੇ, ਅਮਰੀਕਾ ਚਾਹੁੰਦਾ ਸੀ ਵੀ ਉਸ ਦੀ ਅਮਰੀਕਾ ਨਿਗਰਾਨੀ ਕਰੇਗਾ ਕਿਉਂਕਿ ਉਹੀ ਪ੍ਰੋਸੈਸਡ ਯੂਰੇਨੀਅਮ ਹੈ ਜਿਹੜਾ ਬਾਅਦ ਦੇ ਵਿੱਚ ਨਿਊਕਲੀਅਰ ਬੰਬਸ ਜਾਂ ਮਿਸਾਈਲਾਂ ਬਣਾਉਣ 'ਚ ਇਸਤੇਮਾਲ ਹੁੰਦਾ ਹੈ। ਦੂਸਰਾ ਲਾਇਬਿਲਿਟੀ ਕੋਈ ਮਿਸਹੈਪ ਹੋਣ ਦੇ ਕੰਟੈਕਸਟ ਕਿਉਂਕਿ ਯੂਨੀਅਨ ਕਾਰਬਾਈਡ ਭੋਪਾਲ ਦੇ ਵਿੱਚ ਜੋ ਦਸੰਬਰ 1984 ਚ ਹੋਇਆ ਉਦਾਹਰਣ ਸਾਹਮਣੇ ਸੀ। ਨਿਊਕਲੀਅਰ ਐਕਸੀਡੈਂਟ ਪਿੱਛੇ ਸੁਨਾਮੀ ਦੇ ਵੇਲੇ ਜਾਪਾਨ 'ਚ ਵੀ ਹੋਇਆ, ਯੂਕੋਫੋਮਾ 'ਚ, ਉਸ ਤੋਂ ਪਹਿਲਾਂ ਚਰਨੋਬਿਲ ਰਸ਼ੀਆ ਦਾ ਵੀ ਹੈ। ਸੋ ਅਮਰੀਕਾ ਜਿਹੜਾ ਲਾਇਬਿਲਿਟੀ ਤੋਂ ਬਚਣਾ ਚਾਹੁੰਦਾ ਸੀ, ਲੇਕਿਨ ਜਿਹੜਾ ਇੰਡੀਅਨ ਲਾਇਬਿਲਿਟੀ ਲਾਅ ਇਹਦੇ ਉੱਤੇ ਬਣਿਆ ਉਹਦੇ 'ਚ ਇਹ ਹੋਇਆ ਕਿ ਜੇ ਕੋਈ ਐਕਸੀਡੈਂਟ ਹੋਏਗਾ ਤੇ ਜਿਹੜਾ ਪ੍ਰੋਵਾਈਡਰ ਔਰ ਜਿਹੜਾ ਉਸ ਨੂੰ ਆਪਰੇਟ ਕਰ ਰਿਹਾ ਆਪਰੇਟਰ, ਕਿਉਂਕਿ ਇਸ ਕੇਸ ਜ਼ਾਹਰ ਹੈ ਆਪਰੇਟਰ ਤਾਂ ਇੰਡੀਅਨ ਸਿਸਟਮ ਹੋਣਾ ਸੀ, ਪਰ ਪ੍ਰੋਵਾਈਡਰ ਜੇ ਅਮਰੀਕਾ ਜਾਂ ਰਸ਼ੀਆ ਜਾਂ ਫਰਾਂਸ ਹੈ ਤੇ ਉਹਨਾਂ ਦੇ ਸਿਰ ਵੀ ਜ਼ਿੰਮੇਵਾਰੀ ਆਉਂਦੀ ਸੀ। ਹੁਣ ਡੀਲ ਜਦੋਂ ਥਰੂ ਕਰਵਾਈ, ਕਾਰਪੋਰੇਟ ਅਮਰੀਕਾ ਦਾ ਇੰਟਰਸਟ ਸੀ, ਘੱਟੋ ਘੱਟ ਇੱਕ ਨਿਊਕਲੀਅਰ ਰਿਐਕਟਰ $3-4 ਬਿਲੀਅਨ ਦਾ ਲੱਗਦਾ ਔਰ ਉਹਦੇ ਨਾਲ ਰਿਲੇਟਡ ਹੋਰ ਬਹੁਤ ਸਾਰੇ ਪ੍ਰੋਫਿਟ ਹੁੰਦੇ ਨੇ। ਸੋ ਇਹਨਾਂ ਉਹ ਕਿਉਂਕਿ ਉਸ ਤੋਂ ਬਾਅਦ ਅੱਗੇ ਥਰੂ ਨਹੀਂ ਸੀ ਹੋ ਰਿਹਾ, ਸੋ ਉਹਦੀ ਬ੍ਰੇਕ ਥਰੂ ਚਾਹੁੰਦੇ ਸੀ। ਹੁਣ ਜਿਹਨੂੰ ਬੜਾ ਇਹ ਕਿਹਾ ਜਾ ਰਿਹਾ ਜੀ ਹੁਣ 1 ਸਾਲ ਦੇ ਵਿੱਚ ਕੁਛ ਨਾ ਕੁਛ ਨਿਕਲ ਆਏਗਾ। ਜੇ ਤੁਸੀਂ ਦੇਖੋ ਕਿ ਵੀ ਡੀਲ ਹੈ ਕੀ, ਸਾਹਮਣੇ ਲਿਆਓ, ਪਬਲਿਕ ਸੈਕਟਰ 'ਚ ਸਾਹਮਣੇ, ਦੁਨੀਆ ਦੇ ਸਾਹਮਣੇ ਲਿਆਓ, ਤੇ ਉਹ ਵੀ ਨਹੀਂ ਜ਼ਿਕਰ ਹੋ ਰਿਹਾ। ਉਹਦਾ ਕਾਰਨ ਇਹ ਹੈ ਵੀ ਉਹਦੇ 'ਚ ਵੀ ਇਹਦੇ ਤੋਂ ਕਲੀਨ ਚਿੱਟ ਲੈਣ ਲਈ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਉਹਦੇ 'ਚ ਵੀ ਇੰਡੀਆ ਨੇ ਸਰੈਂਡਰ ਕੀਤਾ। ਉਹਦੇ 'ਚ ਇਹ ਹੋਇਆ ਕਿ ਜੀ ਜਿਹੜਾ ਅਮਰੀਕਾ ਥਰਡ ਧਿਰ ਨਹੀਂ ਹੋਏ, ਅਮਰੀਕਾ ਨਹੀਂ ਨਿਗਰਾਨੀ ਕਰੇਗਾ, ਥਰਡ ਪਾਰਟੀ ਹੋਏਗੀ। ਹੁਣ ਥਰਡ ਪਾਰਟੀ ਕੌਣ ਹੈ? ਜ਼ਾਹਰ ਹੈ UN ਹੈ, ਕਿਉਂਕਿ ਆਲਰੇਡੀ ਇੰਡੀਆ ਦਾ ਸਟੈਂਡ ਇਹ ਸੀ ਕਿ ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ, ਜਿਹੜੀ UN ਦੀ ਨਿਊਕਲੀਅਰ ਬਾਡੀ ਹੈ, ਉਹ ਜਦੋਂ ਮੋਨੀਟਰ ਕਰ ਰਹੀ ਹੈ ਤਾਂ ਅਮਰੀਕਾ ਨੂੰ ਕਰਨ ਦੀ ਲੋੜ ਹੀ ਨਹੀਂ ਹੈ। ਪਰ ਜਦੋਂ ਹੁਣ ਥਰਡ ਪਾਰਟੀ ਦੀ ਗੱਲ ਆਈ, ਸੋ ਜ਼ਾਹਰ ਹੈ ਕਿ ਇਹਨਾਂ ਨੇ ਮੰਨ ਲਿਆ ਕਿ ਉਹੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਉਹਨੂੰ ਮੋਨੀਟਰ ਕਰੇਗੀ। ਦੂਸਰਾ ਜਿਹੜੀ ਲਾਇਬਿਲਿਟੀ ਦੀ ਗੱਲ ਹੈ, ਇੰਡੀਆ ਨੇ ਕਿਹਾ ਜੀ ਕੋਈ ਨਹੀਂ, ਅਮਰੀਕਾ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਜਿਹੜਾ ਕਾਰਪੋਰੇਟ ਇੰਡੀਆ ਹੈ ਉਹ 1500 ਕਰੋੜ ਰੁਪਏ ਦਾ ਜਿਹੜਾ ਇੱਕ ਫੰਡ ਕ੍ਰੀਏਟ ਕਰੇਗਾ ਔਰ ਇਨ ਕੇਸ ਆਫ ਐਨੀ ਲਾਇਬਿਲਿਟੀ ਉਹਦੇ 'ਚ ਵੀ ਇਹਨਾਂ ਦੇ ਹੱਥ ਜਿਹੜੇ ਨੇ ਉਹ ਸਾਫ਼ ਹੋ ਗਏ। ਅਮਰੀਕਾ ਕੋਈ ਉਹ ਨਹੀਂ ਕਰੇਗਾ ਕੋਈ ਵੀ ਐਕਸੀਡੈਂਟ ਹੋਣ ਦੀ ਹਾਲਤ। ਹੁਣ ਇਹ ਤਾਂ ਬਾਕੀ ਤਾਂ ਜਿਹਨੂੰ ਕਹਿੰਦੇ ਨੇ ਹੌਟ ਏਅਰ ਸੀ ਕਿ ਜੀ 10 ਸਾਲਾ ਡਿਫੈਂਸ ਪੈਕਟ ਰੀਨਿਊ ਹੋ ਗਿਆ। ਜਿਹੜਾ ਅਮਰੀਕਾ ਦਾ ਇੰਡੀਆ ਨੂੰ ਵਰਤਣ ਦਾ ਸੀ, ਮੈਂ ਸਮਝਦਾ ਵੀ ਇਹ ਟ੍ਰਿਪ ਅਮਰੀਕਨ ਲਿਹਾਜ਼ ਨਾਲ ਮੱਚ ਮੋਰ ਸਕਸੈਸਫੁਲ ਹੈ, ਕਿਉਂਕਿ ਹੁਣ ਤੱਕ ਨਹਿਰੂ ਦੇ ਜ਼ਮਾਨੇ ਤੋਂ ਇੰਡੀਆ ਦੀ ਪਾਲਿਸੀ ਨਾਨ ਅਲਾਈਨਮੈਂਟ ਦੀ ਰਹੀ, ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਹਵਾਲੇ ਨਾਲ ਵੀ। ਔਰ ਜਦੋਂ ਚਾਈਨਾ ਵੀ ਸਾਹਮਣੇ ਆਇਆ ਉਦੋਂ ਵੀ ਬੇਸ਼ੱਕ 1962 ਦਾ ਇੱਕ ਮਿਸਹੈਪ ਹੋਇਆ ਇੰਡੀਆ ਚਾਈਨਾ ਦੇ ਵਿਚਕਾਰ, ਪਰ ਨਹਿਰੂ ਦੀ ਵੀ ਔਰ ਬਾਅਦ ਦੇ ਜਿਹੜੇ ਫੋਲੋਇੰਗ ਪ੍ਰਾਈਮ ਮਿਨਿਸਟਰ ਸੀ ਉਹ ਨਾਨ ਅਲਾਈਨਮੈਂਟ ਸੀ। ਹੁਣ ਅਮਰੀਕਾ ਨੇ ਇੰਡੀਆ ਨੂੰ ਆਪਣਾ ਫੀਲਾ ਖੜਾ ਕਰ ਲਿਆ ਉਸ ਖਿੱਤੇ 'ਚ। ਚਾਈਨਾ ਐਮਰਜਿੰਗ ਇਕਨੋਮਿਕਲ ਐਂਡ ਮਿਲਟਰੀ ਪਾਵਰ ਹੈ। ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਅਮਰੀਕਾ ਨੇ ਕੁੰਡਲ ਘੱਤਿਆ, ਜਿਹਦੇ 'ਚ ਫਿਲੀਪੀਨਸ, ਵੀਅਤਨਾਮ, ਜਾਪਾਨ, ਇੰਡੋਨੇਸ਼ੀਆ ਸ਼ਾਮਲ ਨੇ, ਉਹਦੇ 'ਚ ਇੰਡੀਆ ਨੂੰ ਵੀ ਲਿਆ ਕੇ ਬਾੜ ਦਿੱਤਾ ਕਿ ਵੀ ਉਹ ਸਮੁੰਦਰੀ, ਹਵਾਈ ਔਰ ਪਰਿਵਾਹਨ ਰਿਲੇਟਡ ਜਿਹੜੀ ਹੈ ਉਹਦੇ 'ਚ ਅਮਰੀਕਾ ਨੂੰ ਕੋਆਪਰੇਟ ਕਰੇਗਾ। ਔਰ ਉਹਦਾ ਕਿੰਨਾ ਖੌਫ ਇੰਡੀਆ ਨੇ ਨੂੰ ਖੁਦ ਹੀ ਕਰਕੇ ਡਰੀ ਜਾਂਦੇ ਨੇ ਕਿ ਅਜੇ ਓਬਾਮਾ ਵਾਪਸ ਸ਼ਾਇਦ ਸਾਊਦੀ ਅਰੇਬੀਆ ਤੋਂ ਇੱਥੇ ਵੀ ਨਹੀਂ ਸੀ ਪਹੁੰਚਿਆ ਤੇ ਸੁਸ਼ਮਾ ਸਵਰਾਜ ਜਿਹੜੀ ਹੈ ਉਹ ਬੀਜਿੰਗ ਜਾ ਕੇ ਬੈਠੀ ਹੋਈ ਹੈ ਤਰਲੇ ਕਰਨ ਕਿ ਜੀ ਨਹੀਂ ਦੈਟ ਡਜ਼ਨਟ ਮੀਨ ਕਿ ਸਾਡੀ ਚੀਨ ਨਾਲ ਨਹੀਂ ਹੈ ਦੋਸਤੀ ਤੇ ਫਲਾਣਾ ਢਿਮਕਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਇਸ ਲੈਵਲ ਦੇ ਦੌਰੇ ਹੁੰਦੇ ਨੇ, ਇਹਨਾਂ ਦੇ ਡਿਫਰੈਂਟ ਪ੍ਰੋਜੈਕਟ ਕੁਛ ਕੀਤਾ ਜਾਂਦਾ ਹੈ। ਪ੍ਰੋਜੈਕਟ ਤੇ ਸੀ ਜੀ ਚੀਫ ਗੈਸਟ ਹੈ, ਪਰ ਅਮਰੀਕਨ ਇੰਟਰਸਟ ਉਹਦੇ 'ਚੋਂ ਜ਼ਰੂਰ ਸਰਵ ਹੋਇਆ। ਤੇ ਦੂਸਰਾ ਪੱਖ ਜਿਹੜਾ ਹੈ ਜਿਸ ਨੂੰ ਤੁਸੀਂ ਜਦੋਂ ਉਹਦੇ ਓਵਰਆਲ ਦੇਖਦੇ ਹੋ, ਓਬਾਮਾ ਨੇ ਆਪਣੀ ਵਿਜ਼ਿਟ ਨੂੰ ਕਰਟੇਲ ਕੀਤਾ। ਪਹਿਲਾਂ ਉਹਦੀਆਂ ਧੀਆਂ ਨੇ ਵੀ ਨਾਲ ਜਾਣਾ ਸੀ ਕਿ ਜੀ ਤਾਜ ਮਹਿਲ ਜਾਣਾ, ਉਹ ਵੀ ਉਹਨੇ ਕੱਟ ਸ਼ਾਰਟ ਕੀਤਾ। ਸੋ ਇਹ ਵੀ ਜਦੋਂ ਤੁਸੀਂ 12th ਆਵਰ ਚੇਂਜ ਕਰਦੇ ਹੋ, ਇਹ ਵੀ ਸਨੱਬ ਹੁੰਦਾ। ਔਰ ਰੈਸਟ ਤੁਸੀਂ ਜਦੋਂ ਇਸ ਡਿਬੇਟ ਨੂੰ ਅੱਗੇ ਤੋਰੋਗੇ ਕਿ ਓਬਾਮਾ ਨੇ ਖਾਸ ਤੌਰ ਤੇ ਜੋ ਉੱਥੇ ਕਿਹਾ ਫਾਈਨਲ ਡੇ, ਉਹ ਕਿਵੇਂ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੈ ਜਿਹਨੂੰ ਵਾਲ ਸਟਰੀਟ ਜਰਨਲ ਹੋਏ, ਇੰਟਰਨੈਸ਼ਨਲ, ਉਹਨਾਂ ਨੇ ਸਨੱਬ ਕਿਹਾ। ਤੇ ਜੇ ਤੁਸੀਂ ਸਨੱਬ ਨੂੰ ਜਾ ਕੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਿਕਸ਼ਨਰੀ 'ਚ ਦੇਖੋਗੇ ਤਾਂ ਚਪੇੜ ਕਹਿੰਦੇ ਨੇ ਉਹਨੂੰ, ਹਾਂਜੀ। ਸੋ ਉਹ ਚਪੇੜ ਕੀ ਹੈ ਉਹ ਅਸੀਂ ਬਾਅਦ 'ਚ ਡਿਸਕਸ ਕਰਾਂਗੇ, ਜੀ, ਬਿਲਕੁਲ। ਬਟ ਹਾਲ ਦੀ ਘੜੀ ਇੱਥੇ ਕੀ ਗੱਲ ਮੁਕਾਉਂਦੇ। ਜੀ ਬਿਲਕੁਲ ਵੀਰ, ਚਪੇੜ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਵੀਰ ਜੀ ਤੁਸੀਂ ਉਹਨਾਂ ਦੇ ਦੌਰੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਪ੍ਰੈਜ਼ੀਡੈਂਟ ਓਬਾਮਾ ਨੂੰ ਬੜੇ ਪਿਛਲੇ 4-5 ਮਹੀਨਿਆਂ ਤੋਂ ਪ੍ਰੋਜੈਕਟ ਕੀਤਾ ਜਾ ਰਿਹਾ ਹਾਂਜੀ ਮੋਦੀ ਵੱਲੋਂ, ਜਾਂ ਪਹਿਲਾਂ ਮੋਦੀ ਦਾ ਇੱਥੇ ਆਉਣਾ ਦੁਨੀਆ ਭਰ ਦੇ ਵਿੱਚ ਇਹ ਉਹਨਾਂ ਨੇ ਪ੍ਰਚਲਿਤ ਕੀਤਾ ਜੀ। ਭਾਰਤ ਸਰਕਾਰ ਨੇ ਕਿ ਮੋਦੀ ਨੂੰ ਦੇਖੋ ਜੀ ਬੁਲਾ ਰਹੇ ਆ ਓਬਾਮਾ, ਹਾਂਜੀ। ਔਰ UN ਦੀ ਉਦੋਂ ਜਨਰਲ ਕਾਉਂਸਲ ਜਿਹੜੀ ਹੁੰਦੀ ਹੈ ਅਸੈਂਬਲੀ ਦੀ ਮੀਟਿੰਗ ਹੁੰਦੀ ਹੈ ਜੀ, ਔਰ ਪ੍ਰੈਜ਼ੀਡੈਂਟ ਓਬਾਮਾ ਦਾ ਉਹਨੂੰ ਚੀਫ ਆਪਣਾ ਗੈਸਟ ਆਫ ਆਨਰ ਈਵਨ ਬਣਾਉਣਾ, ਵਾਈਟ ਹਾਊਸ 'ਚ ਬੁਲਾਉਣਾ। ਹਾਂਜੀ ਉਹ ਇਸ ਤਰੀਕੇ ਨਾਲ ਪ੍ਰੋਜੈਕਟ ਕਰ ਰਹੇ ਸੀ ਕਿ ਅਮਰੀਕਾ ਨੇ ਮੋਦੀ ਨੂੰ ਇੰਡੀਆ ਦਾ ਤੇ ਆਪਣਾ ਜਿਹੜਾ ਹੈ ਲੀਡਰ ਮੰਨ ਲਿਆ, ਜੀ ਤੇ ਜੋ ਉਸਨੇ 2002 ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ, ਆਪਣੇ ਮੁਸਲਮਾਨ ਭਰਾਵਾਂ ਦਾ 2002 ਚ ਜੋ ਗੁਜਰਾਤ 'ਚ ਉਸਨੇ ਘਾਣ ਕੀਤਾ, ਬਿਲਕੁਲ ਉਸ ਦੀ ਕਲੀਨ ਚਿੱਟ ਜਿਹੜੀ ਹੈ ਉਹ ਇਹਨਾਂ ਨੇ ਸੋਚਿਆ ਉਸ ਨੂੰ ਦੇ ਦਿੱਤੀ ਗਈ ਹੈ। ਜੀ ਲੇਕਿਨ ਉਹਦੇ 'ਚ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਹੜਾ 2014 ਦੇ ਵਿੱਚ ਮੋਦੀ ਦਾ ਆਉਣਾ, ਹਾਂਜੀ ਉਹ UN ਦੀ ਜਿਹੜੀ ਅਸੈਂਬਲੀ ਹੈ ਜਨਰਲ ਅਸੈਂਬਲੀ, ਉਹਦੇ ਵਿੱਚ ਜਿਹੜਾ ਹੈ ਉਹ ਪਾਰਟਿਸਿਪੇਟ ਕਰਨ ਆ ਰਿਹਾ ਸੀ, ਔਰ ਕੋਈ ਵੀ ਹੈੱਡ ਆਫ ਸਟੇਟ ਜਿਹੜਾ ਹੈ ਉਹ ਉਹਦੇ ਵਿੱਚ ਆ ਸਕਦਾ, ਚਾਹੇ ਉਹ ਮੋਦੀ ਹੋਵੇ ਤੇ ਚਾਹੇ ਉਹ ਉਸ ਵਕਤ ਕਿਸੇ ਵੀ ਦੇਸ਼ ਦਾ ਡਿਕਟੇਟਰ ਹੋਵੇ, ਚਾਹੇ ਈਰਾਨ ਦਾ ਹੋਣ ਜਾਂ ਇਰਾਕ ਦਾ ਹੋਣ, ਉਹਨੂੰ ਅਮਰੀਕਾ ਵੀ ਨਹੀਂ ਰੋਕ ਸਕਦਾ, ਨਾ ਉਹਨਾਂ ਨੇ ਕਦੇ ਪਿਛਲੇ ਸਮੇਂ 'ਚ ਰੋਕਿਆ। ਜੀ ਸੋ ਪਹਿਲੀ ਗੱਲ ਤੇ ਇਹ ਵੀ ਇਹਨਾਂ ਦੀ ਜਿਹੜੀ ਹੈ ਜੀ ਉਹਨੂੰ ਕਲੀਨ ਚਿੱਟ ਉਦੋਂ ਹੀ ਮਿਲ ਗਈ ਕਿ ਉਹ 2014 'ਚ ਜਦੋਂ ਆਇਆ ਸੀ ਉਹ ਵੀ ਰੌਂਗ ਸੀ। ਹਾਂਜੀ ਤੇ ਹੁਣ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਮੰਨਿਆ ਕਿ ਜੀ ਮੈਂ ਰਿਪਬਲਿਕ ਡੇ ਤੇ ਇਹ ਗੈਸਟ ਆਫ ਆਨਰ ਬਣਾਂਗਾ, ਉਹਨਾਂ ਨੇ ਇਹ ਵੀ ਇੱਕ ਬੜਾ ਵੱਡਾ ਹੱਥ ਲਿਆ ਕਿ ਜੀ ਦੇਖੋ ਹੁਣ ਉਹਦੇ ਕਹਿਣ ਦੇ ਉੱਤੇ ਉਹ ਰਿਪਬਲਿਕ ਡੇ ਤੇ ਜਾਏਗਾ, ਸੋ ਮੋਦੀ ਜਾਂ ਉਹਦੀ ਸਰਕਾਰ ਦੀ ਜਿਹੜੀ ਹੈ ਸਾਰੀ ਦੁਨੀਆ ਦੇ ਵਿੱਚ ਜਿਹੜੀ ਚਰਚਾ ਹੋਏਗੀ। ਹਾਂਜੀ ਲੇਕਿਨ ਆਪਾਂ ਸਭਨਾਂ ਨੂੰ ਪਤਾ ਕਿ 3 ਦਿਨ ਦੇ ਦੌਰੇ ਤੇ ਆਖਰੀ ਦਿਨ ਜਦੋਂ ਉਹ ਹਾਲ ਦੇ ਵਿੱਚ ਇੱਕ 1500 ਇੰਡੀਅਨਸ ਦੀ ਮੀਟਿੰਗ ਨੂੰ ਜਾਂ ਇੱਕ ਇਕੱਠ ਨੂੰ ਐਡਰੈਸ ਕਰ ਰਿਹਾ ਸੀ, ਹਾਂਜੀ ਉਹੀ ਸਿਰਫ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ। ਜੀ। ਜੋ ਉੱਥੇ ਕੋਈ ਬਿਜ਼ਨਸ ਡੀਲਸ ਹੋਈਆਂ ਜਾਂ ਨਹੀਂ ਹੋਈਆਂ, ਜਾਂ ਉਹਨਾਂ ਦਾ ਅਮਰੀਕਾ ਨੂੰ ਕੀ ਫਾਇਦਾ ਹੈ ਜਾਂ ਇੰਡੀਆ ਨੂੰ ਕੀ ਹੋਏਗਾ, ਉਹਦੀ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ, ਚਾਹੇ ਉਹ ਵਾਲ ਸਟਰੀਟ ਜਰਨਲ ਹੈ, ਚਾਹੇ ਨਿਊਯਾਰਕ ਟਾਈਮਜ਼ ਹੈ, ਚਾਹੇ CNN ਹੈ। ਗੱਲ ਜਿਹੜੀ ਹੈ ਉਹ ਰਿਲੀਜੀਅਸ ਫਰੀडम ਦੇ ਉੱਤੇ, ਬਿਲਕੁਲ ਔਰ ਉਹ ਸ਼ਰੇਆਮ 35 ਮਿੰਟ ਬੋਲ ਕੇ ਆਇਆ ਹਾਂਜੀ ਕਿ ਜੇ ਭਾਰਤ ਨੇ ਰਿਲੀਜੀਅਸ ਫਰੀडम ਨਾ ਦਿੱਤੀ ਤੇ ਇਹ ਸਪਲਿੰਟਰ ਹੋ ਜਾਏਗਾ। ਸਪਲਿੰਟਰ ਨੂੰ ਜੇ ਤੁਸੀਂ ਆਪਾਂ ਅੱਗੇ ਵਿਆਖਿਆ ਕਰਨੀ ਸ਼ੁਰੂ ਕਰੀਏ ਕਿ ਭਾਰਤ ਜਿਹੜਾ ਹੈ ਉਹਦੀਆਂ ਵੰਡੀਆਂ ਪੈ ਜਾਣਗੀਆਂ, ਹਾਂਜੀ ਉਹ ਟੋਟੇ ਹੋ ਜਾਏਗਾ, ਅਲੱਗ ਦੇਸ਼ ਬਣਨਗੇ। ਜੀ। ਔਰ ਸਭ ਤੋਂ ਪਹਿਲਾਂ ਦੇਸ਼ ਔਰ ਹੱਕ ਦੀ ਗੱਲ ਜਿਹੜੀ ਹੈ ਉਹ ਆਪਾਂ ਸਿੱਖਸ ਆਰ ਨਾਟ ਹਿੰਦੂ ਜਿਹੜੀ ਪਟੀਸ਼ਨ ਹੈ ਉਹਦੇ ਵਿੱਚ ਕੀਤੀ ਹੈ ਕਿ ਸਿੱਖਾਂ ਨੂੰ ਸਿੱਖ ਹੋਣ ਦੇ ਨਾਤੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹੜਾ ਚਾਹੀਦਾ ਔਰ ਉਹ ਉਹਨਾਂ ਦਾ ਹੱਕ ਹੈ। ਸੋ ਜੇ ਆਪਾਂ ਉਹਦੀ ਸਪੀਚ ਦੇਖੀਏ ਤੇ ਸਪਲਿੰਟਰਿੰਗ ਔਰ ਟੋਟੇ ਹੋਣ ਦੀ ਜਿਹੜੀ ਗੱਲ ਹੈ ਉਹ ਆਪਣੀ ਪਟੀਸ਼ਨ ਦੇ ਨਾਲ ਔਰ ਪਟੀਸ਼ਨ ਦੇ ਬਿਲਕੁਲ ਐਨਾਲਿਸਿਸ ਦੇ ਉੱਤੇ ਜਾਂਦੀ ਹੈ। ਜੀ ਬਿਲਕੁਲ, ਤੇ ਵੀਰ ਜੀ ਇਸ ਬਾਰੇ ਅਸੀਂ ਹੋਰ ਵੀ ਡਿਟੇਲ ਦੇ ਵਿੱਚ ਜਾਵਾਂਗੇ, ਪਰ ਡਾਕਟਰ ਸਾਹਿਬ ਤੁਸੀਂ ਜਿਸ ਤਰ੍ਹਾਂ ਨੇ ਸ਼੍ਰੀ ਫੋਰਟ ਆਡੀਟੋਰੀਅਮ ਦੇ ਵਿੱਚ ਸਪੀਚ ਦਿੱਤੀ ਹੈ ਫॉर 35 ਮਿੰਟਸ, ਤੁਸੀਂ ਇਸ ਸਪੀਚ ਬਾਰੇ ਸਾਰੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਡਿਪਲੋਮੇਸੀ ਦੀ ਜ਼ਬਾਨ ਹੁੰਦੀ ਹੈ ਉਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਡਿਪਲੋਮੈਟ ਬਾਰੇ ਇੱਕ ਡੈਫੀਨੇਸ਼ਨ ਜਿਹੜੀ ਮੈਨੂੰ ਬੜੀ ਪਸੰਦ ਹੈ ਉਹ ਇਹ ਹੈ ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, if he says perhaps he means no, if he says no he is a no diplomat. ਸੋ ਜਦੋਂ ਤੁਸੀਂ ਪ੍ਰੈਜ਼ੀਡੈਂਟ ਓਬਾਮਾ ਦੀ 32-33 ਮਿੰਟ ਦੀ ਸਪੀਚ ਦਾ ਐਨਾਲਿਸਿਸ ਕਰਦੇ ਹੋ, ਹਾਂਜੀ, ਉਹ ਡਿਪਲੋਮੇਸੀ ਦੇ ਵਰਲਡ ਦੀ ਵੀ ਇੱਕ ਬੜੀ ਫਾਈਨ ਸਪੀਚ ਹੈ, ਬੜੀ ਬੋਲਡ ਪੋਲੀਟੀਕਲ ਸਪੀਚ ਵੀ ਹੈ। ਉਹ ਅਮਰੀਕਨ ਵਿਜ਼ਨ ਉਸ ਮੁਲਕ ਦੀ ਰਾਜਧਾਨੀ 'ਚ ਖਲੋ ਕੇ ਜਿੱਥੇ ਕਿ ਉਹਨੂੰ ਚੀਫ ਗੈਸਟ ਸੱਦਿਆ ਗਿਆ ਹੈ, ਉਹਨਾਂ ਨੂੰ ਦਿੱਤਾ ਗਿਆ ਸਨੱਬ ਵੀ ਹੈ, ਤੇ ਜਿਹਨੂੰ ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਕਿ ਉਹਨਾਂ ਨੂੰ ਦਿਖਾਇਆ ਗਿਆ ਸ਼ੀਸ਼ਾ ਵੀ ਹੈ ਵੀ ਆਪਣੀ ਸ਼ਕਲ ਦੇਖੋ ਇਹਦੇ 'ਚ। ਤੇ ਜੇ ਤੁਸੀਂ ਸਾਬਤ ਰਹਿਣਾ ਤੇ ਫਿਰ ਜਿਹੜਾ ਉਹ ਧਾਰਮਿਕ ਆਜ਼ਾਦੀ ਜਿਹੜੀ ਕਿ ਮੁੱਢਲੀ ਆਜ਼ਾਦੀ ਹੈ, ਔਰ ਉਹਦੇ 'ਚ ਉਹਨੇ ਖਾਸ ਤੌਰ ਤੇ ਇਹ ਗੱਲ ਕਹੀ ਕਿ ਕੋਈ ਵੀ ਧਰਮ ਮੰਨਣ ਔਰ ਉਸ ਦਾ ਪ੍ਰਚਾਰ ਕਰਨ। ਮਤਲਬ ਹੁਣ ਜਦੋਂ ਇਹ ਕਨਵਰਜਨ ਦੀ ਗੱਲ ਕਰਦੇ ਨੇ ਉਹ ਵੀ ਉਸ ਸਪੀਚ ਦਾ ਹਿੱਸਾ ਹੈ। ਔਰ ਇੱਕ ਗੱਲ ਜਿਹੜੀ ਬਹੁਤ ਘੱਟ ਲੋਕਾਂ ਨੇ ਨੋਟ ਕੀਤੀ, ਔਰ ਮੈਂ ਚੰਡੀਗੜ੍ਹ ਦੇ ਇੱਕ ਅੱਛੇ ਜਰਨਲਿਸਟ ਦੇ ਨਾਲ ਜਦੋਂ ਇਹ ਡਿਸਕਸ ਕਰ ਰਿਹਾ ਸੀ ਤਾਂ ਉਹਨੇ ਕਿਹਾ ਕਿ ਇਹ ਤਾਂ ਸਾਨੂੰ ਵੀ ਨਹੀਂ ਗੱਲ। ਮੈਂ ਕਿਹਾ ਦੇਖੋ, ਇਹ ਜਿਹੜਾ ਹਿੰਦੂ ਤੋਂ ਵੀ ਇਹ ਰੌਲਾ ਪਾਉਂਦੇ ਨੇ, ਕਨਵਰਟ ਕਰਨ ਲੱਗੇ ਕਿ ਜੀ ਇਹ ਦੇਖੋ ਤੁਹਾਡੇ ਤਾਂ ਐਨਸੈਸਟਰ ਹਿੰਦੂ ਸੀ। ਮੈਂ ਕਿਹਾ ਓਬਾਮਾ ਨੇ ਕਿਹਾ ਦੇਖੋ ਮੈਂ ਤੇ ਮਿਸ਼ਲ ਅਸੀਂ ਕ੍ਰਿਸਚਨ ਹੈ,
ਹਾਂਜੀ ਪਰ ਅਜੇ ਵੀ ਸਾਨੂੰ ਸਾਡੇ ਪੁਰਾਣੇ ਧਰਮ ਦਾ ਕਹਿ ਕੇ ਕਿਹਾ ਜਾਂਦਾ ਜਿਵੇਂ ਅਸੀਂ ਕੋਈ ਗਲਤ ਹੋਈ ਹੈ। ਹਾਂਜੀ ਉਹਦੇ ਨਾਲ ਉਹਨੇ ਆਪਣੇ ਇਸਲਾਮ ਨੂੰ ਵੀ ਡਿਫੈਂਡ ਕੀਤਾ, ਆਪਣੇ ਪੁਰਖਿਆਂ ਦੇ। ਜੀ ਪਰ ਮਤਲਬ ਇਹ ਹੈ ਕਿ ਵੀ ਪਹਿਲਾਂ ਕੌਣ ਕੀ ਸੀ ਇਹ ਮੈਟਰ ਨਹੀਂ ਕਰਦਾ ਹੈ। ਜੀ ਜੋ ਅੱਜ ਹੈ ਬਿਲਕੁਲ ਉਹ ਉਸ ਦੇ ਉੱਤੇ ਗੱਲ ਰਹੇ। ਸੋ ਉਹਦੇ ਥੱਲੇ ਉਹਨੇ ਉਹਨਾਂ ਦੇ ਉਹ ਸਾਰਾ ਜਿਹੜਾ ਘਰ ਵਾਪਸੀ ਦੇ ਨਾਂ ਥੱਲੇ ਉਹਦੇ ਮੂੰਹ ਤੇ ਵੀ ਚਪੇੜ ਮਾਰੀ। ਹੁਣ ਗੱਲ ਆਰਟੀਕਲ 25 ਦੀ ਕਰੀਏ। ਹੁਣ ਜਦੋਂ ਪੈਟੀਸ਼ਨ ਦੇ ਵਿੱਚ ਜਿਵੇਂ ਤੁਸੀਂ ਓਪਨਿੰਗ ਦੇ ਵਿੱਚ ਸਟੇਟਮੈਂਟ 'ਚ ਕਿਹਾ, 4 ਨੁਕਤੇ ਮੁੱਢਲੇ ਤੌਰ ਦੇ ਉੱਤੇ ਜਿਹੜੇ ਨੇ ਉਸ ਪੈਟੀਸ਼ਨ ਦਾ ਬੇਸਿਕ ਜਿਸਟ ਸੀ ਹਾਂਜੀ ਕਿ ਸਾਡੇ ਨੁਮਾਇੰਦਿਆਂ ਨੇ ਦਸਤਖਤ ਨਹੀਂ ਕੀਤੇ, ਔਰ ਜਿਹੜੀ ਇੱਕ ਹਿਸਟੋਰੀਕਲ ਟਰੂਥ ਹੈ। ਹਾਂਜੀ ਸੈਕੰਡਲੀ ਆਰਟੀਕਲ 25B ਸਾਨੂੰ ਹਿੰਦੂ ਬਣਾਉਂਦਾ ਹੈ, ਜੀ ਔਰ ਨਸਲਕੁਸ਼ੀਆਂ ਤੋਂ ਬਾਅਦ ਨਸਲਕੁਸ਼ੀਆਂ ਹੋਈਆਂ ਨੇ ਜੂਨ 84 ਨਵੰਬਰ 84 ਇਨ ਬਿਟਵੀਨ 10 ਇਅਰਸ, ਔਰ UN ਦਾ ਚਾਰਟਰ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੰਦਾ ਹੈ। ਹਾਂਜੀ ਹੁਣ ਆਰਟੀਕਲ 25 ਇਨ ਟੋਟੋ ਨਾਲ ਸਾਡੀ ਕੋਈ ਪ੍ਰੋਬਲਮ ਨਹੀਂ, ਔਰ ਉਹਦੇ ਚ ਵੀ ਇਸ ਤਰ੍ਹਾਂ ਜੇ ਇਨ ਟੋਟੋ ਨਾਲ ਹੁੰਦੀ ਤੇ ਕੱਲਾ ਆਰਟੀਕਲ 25 ਦੀ ਗੱਲ ਹੁੰਦੀ। ਜਦੋਂ 25B ਦਾ ਜ਼ਿਕਰ ਹੈ, ਕਿਉਂਕਿ ਉਹੀ ਆਰਟੀਕਲ 25 ਹੈ ਜਿਹੜਾ ਕਿਸੇ ਵੀ ਧਰਮ ਨੂੰ ਮੰਨਣ ਔਰ ਉਹਨੂੰ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਦਿੰਦਾ ਹੈ। ਹਾਂਜੀ ਉਹੀ ਆਰਟੀਕਲ 25 ਸਿੱਖਾਂ ਨੂੰ ਕਿਰਪਾਨ ਰੱਖਣ ਦਾ ਹੱਕ ਵੀ ਦਿੰਦਾ ਹੈ, ਵੇਅਰ ਐਂਡ ਬੇਅਰ, ਕਿ ਵੀ ਉਹ ਅਸੀਂ ਧਾਰਨ ਵੀ ਕਰਨੀ ਆ, ਹੱਥ 'ਚ ਵੀ ਫੜਨੀ, ਇਹ ਵੀ ਆਰਟੀਕਲ 25 ਦਿੰਦਾ ਹੈ। ਹੁਣ ਜੇ ਓਬਾਮਾ ਆਰਟੀਕਲ 25 ਨੂੰ ਰੈਫਰ ਕਰ ਰਿਹਾ ਹੈ ਪਰ ਵਿਦਆਊਟ ਸੇਇੰਗ, ਇਹ ਡਿਪਲੋਮੈਸੀ ਹੁਣ ਉੱਥੇ ਉਹਨੇ ਇਹ ਥੋੜੀ ਕਹਿਣਾ ਸੀ ਵੀ ਆਪਣੇ ਕਾਨੂੰਨ ਬਦਲੋ, ਜੀ ਫਿਰ ਤਾਂ ਤੁਹਾਡੀ ਇੰਟਰਫੀਅਰੈਂਸ ਹੋ ਜਾਂਦੀ ਹੈ। ਹਾਂਜੀ। ਪਰ ਇਹ ਸ਼ੀਸ਼ਾ ਦਿਖਾਇਆ ਉਹਨਾਂ ਨੂੰ ਕਿ ਇਹ ਤੁਹਾਡਾ ਆਰਟੀਕਲ 25 ਜੇ ਧਾਰਮਿਕ ਆਜ਼ਾਦੀ ਦਾ ਹੱਕ ਦਿੰਦਾ, ਤੁਸੀਂ ਸਿੱਖਾਂ ਨੂੰ ਹਿੰਦੂ ਕਿਵੇਂ ਕਹਿ ਸਕਦੇ ਹੋ? ਬਿਲਕੁਲ ਤੁਸੀਂ ਮੁਸਲਮਾਨਾਂ ਈਸਾਈਆਂ ਨੂੰ ਘਰ ਵਾਪਸੀ ਦੇ ਨਾਂ ਥੱਲੇ ਵਾਪਸ ਹਿੰਦੂ ਕਿਵੇਂ ਬਣਾ ਸਕਦੇ ਹੋ? ਜੀ ਔਰ ਇਹ ਕਿੰਨੀ ਸੀਰੀਅਸ ਮੈਟਰ ਹੈ, ਔਰ ਇਹ ਤੁਹਾਨੂੰ ਕਿੱਥੇ ਲਿਜਾ ਕੇ ਸੁੱਟੇਗੀ ਉਸ ਸਪਲਿੰਟਰ ਦੇ ਨਾਂ ਥੱਲੇ ਗੱਲ ਕਰ ਦਿੱਤੀ ਕਿ ਭਾਈ ਟੁਕੜੇ ਟੁਕੜੇ ਹੋ ਜਾਓਗੇ। ਹਾਂਜੀ ਔਰ ਫਿਰ ਇੱਕ ਗੱਲ ਜਿਹੜੀ ਬਹੁਤ ਘੱਟ ਨੇ ਕੁਛ ਨੇ ਨੋਟ ਕੀਤੀ, ਹਾਂਜੀ ਹੁਣ ਜਦੋਂ ਉਹ ਨੈਸ਼ਨਲ ਹੀਰੋਜ਼ ਦੀ ਗੱਲ ਕਰਦੇ ਕਿ ਵੀ ਤੁਹਾਡਾ ਦੇਸ਼ ਜਿਹੜਾ ਹੈ ਉਹ ਕੋਈ ਹਿੰਦੂਆਂ ਦਾ ਨਹੀਂ ਹੈ, ਉਹ ਉਹਨਾਂ ਨੂੰ ਇਹ ਕਹਿ ਰਿਹਾ, ਉਹ ਮੈਰੀ ਕੋਮੋ ਦੀ ਗੱਲ ਕਰਦਾ, ਉੱਡਣੇ ਸਿੱਖ ਮਿਲਖਾ ਸਿੰਘ ਦੀ ਗੱਲ ਕਰਦਾ, ਉਹ ਸ਼ਾਹਰੁਖ ਖਾਨ ਦੀ ਗੱਲ ਕਰਦਾ। ਹੁਣ ਇੱਕ ਈਸਾਈ ਔਰਤ ਹੈ, ਇੱਕ ਸਿੱਖ ਹੈ, ਇੱਕ ਮੁਸਲਮਾਨ ਹੈ। ਬਿਲਕੁਲ ਔਰ ਮੈਂ ਸਮਝਦਾ ਵੀ ਜਿਹੜੀ ਸਿੱਖਾਂ ਦੀ ਰੈਕਗਨੀਸ਼ਨ ਹੈ, ਔਰ ਜਿਸ ਤਰੀਕੇ ਨਾਲ ਵਿਸਕੌਨਸਨ ਦਾ ਜ਼ਿਕਰ, ਜਿਸ ਇੱਕ ਸ਼ਬਦ ਨੇ ਡਿਪਲੋਮੈਟਿਕ, ਇੱਕ ਬਾਡੀ ਲੈਂਗੁਏਜ ਹੈ। ਜਦੋਂ ਤੁਸੀਂ ਓਬਾਮਾ ਨੂੰ ਦੇਖਦੇ ਹੋ, ਜਦੋਂ ਵਿਸਕੌਨਸਨ ਦਾ ਜ਼ਿਕਰ ਕਰਦਾ ਹੈ, ਸਿੱਖ ਗੁਰਦੁਆਰੇ ਦਾ ਜ਼ਿਕਰ ਕਰਦਾ ਹੈ, ਤੇ ਉਸ ਦੇ ਨਾਲ ਤੁਸੀਂ ਉਹ ਪੇਨ ਦੇਖ ਸਕਦੇ ਹੋ ਉਹਦੇ ਸਾਰੇ ਵਜੂਦ ਦੇ ਵਿੱਚ। ਜਿਹੜੀ ਗੱਲ ਉਹਨੇ ਨਹੀਂ ਕਹੀ, ਸਭ ਨੂੰ ਨਜ਼ਰ ਵੀ ਆਉਂਦਾ ਹੈ ਕਿ ਜੇ ਵਿਸਕੌਨਸਨ 'ਚ ਹੋਇਆ ਸੀ 3 ਦਿਨ ਅਮਰੀਕਾ ਦੇ ਝੰਡੇ ਝੁਕੇ ਸੀ, ਜੀ ਜੇ ਵਿਸਕੌਨਸਨ 'ਚ ਹੋਇਆ ਸੀ ਤੇ ਫਸਟ ਲੇਡੀ ਮਿਸ਼ਲ ਉੱਥੇ ਗਈ ਸੀ, ਜੀ ਔਰ ਕਿਵੇਂ ਕਿੰਨਿਆਂ ਨੂੰ ਗ੍ਰੀਨ ਕਾਰਡ ਮਿਲਿਆ, ਕਿੰਨਿਆਂ ਨੂੰ ਜਿਹੜਾ ਉਹਨਾਂ ਦਾ ਸਾਰਾ ਨੇਸ਼ਨ ਜਿਹੜਾ ਸ਼ੋਕ ਦੇ ਵਿੱਚ ਡੁੱਬਿਆ ਸੀ। ਸੋ ਇਹ ਯਾਦ ਕਰਵਾਉਣਾ ਵੀ ਉਹਨਾਂ ਨੂੰ ਯਾਦ ਕਰਵਾਉਣਾ ਹੀ ਹੈ ਵੀ ਉਸੇ ਸ਼ਹਿਰ 'ਚ ਖਲੋ ਕੇ ਕਿ ਤੁਸੀਂ ਇੱਥੇ 30 ਸਾਲ ਪਹਿਲਾਂ ਹਜ਼ਾਰਾਂ ਮਾਰੇ ਹੋਏ ਨੇ ਜਿਨ੍ਹਾਂ ਦਾ ਕੋਈ ਲੇਖਾ ਜੋਖਾ ਨਹੀਂ। ਸੋ ਇਹ ਇੱਕ ਡਿਪਲੋਮੇਸੀ ਪੁਆਇੰਟਡ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਮੁੱਦਿਆਂ ਨੂੰ ਹਾਈਲਾਈਟ ਕਰਨਾ, ਮੈਂ ਸਮਝਦਾ ਵੀ ਇਹ ਰਿਮਾਰਕੇਬਲ ਗੱਲ ਸੀ। ਹੁਣ ਇਹ ਕਹੋ ਜੀ ਇਸ ਤੋਂ ਪਹਿਲਾਂ ਇਹਨਾਂ 9 ਮਹੀਨਿਆਂ 'ਚ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਉੱਥੇ ਗਿਆ ਹੈ, ਚਾਈਨਾ ਦਾ ਗਿਆ ਹੈ, ਰਸ਼ੀਆ ਦਾ ਗਿਆ ਹੈ, ਓਬਾਮਾ ਮਨਮੋਹਨ ਸਿੰਘ ਦੇ ਵੇਲੇ ਵੀ ਗਿਆ ਸੀ, ਪਹਿਲਾਂ ਕਿਉਂ ਨਾ ਕਹਿ ਦਿੱਤਾ ਉਹਨਾਂ ਨੇ? ਜੀ ਐਤਕੀ ਆਰਟੀਕਲ 25 ਕਿਉਂ ਮੈਂਸ਼ਨ ਕਰਨ ਦੀ ਲੋੜ ਪਈ? ਸੋ ਮੈਂ ਸਮਝਦਾ ਸਾਡੇ 'ਚ ਇੱਕ ਤਬਕਾ ਹੈ ਜਿਹੜਾ ਜਾਂ ਤਾਂ ਕ੍ਰੋਨਿਕ ਪੈਸੀਮਿਸਟ ਹੈ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਜਿਹੜੀ ਆ ਉਹ ਨੈਗੇਟਿਵਿਟੀ ਨਜ਼ਰ ਆਉਂਦੀ ਹੈ, ਤੇ ਦੂਸਰਾ ਉਹਨਾਂ ਨੂੰ ਇਹ ਹੈ ਵੀ ਸ਼ਾਇਦ ਉਹਨਾਂ ਨੂੰ ਕਿਸੇ ਨੂੰ ਐਪਰੀਸ਼ੀਏਟ ਕਰਨਾ ਜਾਂ ਚਲੋ ਕ੍ਰੈਡਿਟ ਦੀ ਤਵੱਕੋ ਨਾ ਵੀ ਹੋਏ। ਮੈਂ ਸਮਝਦਾ ਵੀ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਜੇ ਇਨੀਸ਼ੀਏਟਿਵ ਲਿਆ। ਹੁਣ ਇੰਨੇ ਮੁਸਲਮਾਨ ਵੀ ਰਹਿੰਦੇ ਨੇ ਅਮਰੀਕਾ 'ਚ, ਈਸਾਈ ਵੀ ਰਹਿੰਦੇ ਨੇ, ਕਿੰਨਿਆਂ ਨੇ ਓਬਾਮਾ ਦੀ ਵਿਜ਼ਿਟ ਨੂੰ ਲੈ ਕੇ ਲੌਬੀ ਕੀਤੀ। ਸਿੱਖਾਂ ਨੇ ਨੰਗੇ ਤਾੜ ਦਸਤਖਤ ਲੱਖ ਹੋਏ, 1.25 ਲੱਖ ਹੋਏ, ਪਰ ਇਹਦੇ ਕੋਈ ਸ਼ੱਕ ਨਹੀਂ ਹੈ ਵੀ ਇੱਕ ਪੂਰਾ ਜ਼ੋਰਦਾਰ ਕੈਂਪੇਨ ਸੀ। ਔਰ ਸਿੱਖਸ ਫॉर ਜਸਟਿਸ ਡਿਜ਼ਰਵ ਕਰਦਾ ਕ੍ਰੈਡਿਟ ਕਿ ਵੀ ਉਹਨਾਂ ਨੇ ਇਸ ਨੂੰ ਟਾਈਮਲੀ ਲਿਆ, ਇਸ਼ੂ ਹਾਈਲਾਈਟ ਹੋਇਆ। ਜੇ ਪਹਿਲਾਂ ਇਸ਼ੂ ਨਾ ਹਾਈਲਾਈਟ ਹੋਇਆ ਹੁੰਦਾ ਓਬਾਮਾ ਦੀ ਸਪੀਚ ਵੀ ਗਵਾਚ ਜਾਣੀ ਸੀ, ਕਿਉਂਕਿ ਉਹਦਾ ਚਰਚਾ ਸੀ ਆਲਰੇਡੀ। ਇਸ ਲਈ ਵਾਲ ਸਟਰੀਟ ਹੋਏ, US ਮੀਡੀਆ ਹੋਏ, ਨਿਊਯਾਰਕ ਟਾਈਮਜ਼ ਹੋਏ, ਇਹਨਾਂ ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਉਹਨੂੰ ਇੰਟਰਪ੍ਰੀਟ ਕੀਤਾ, ਲੇਕਿਨ ਹਰ ਇੱਕ ਨੇ ਉਸ ਸਪੀਚ ਦਾ ਨੋਟਿਸ ਲਿਆ ਔਰ ਉਹਨਾਂ ਨੇ ਕਿਹਾ ਵੀ ਓਬਾਮਾ ਵਾਰਨਸ देयर ਹੋਸਟ, ਕਈਆਂ ਨੇ ਇਹ ਵੀ ਕਿਹਾ ਵੀ ਉਹਨਾਂ ਨੂੰ ਉਹਨੇ ਵਾਰਨਿੰਗ ਵੀ ਦੇ ਦਿੱਤੀ। ਸੋ ਮੈਂ ਸਮਝਦਾ ਵੀ
ਇੱਕ ਰਿਮਾਰਕੇਬਲ ਅਚੀਵਮੈਂਟ ਹੈ ਸਿੱਖ ਪਰਸਪੈਕਟਿਵ ਤੋਂ। ਬਿਲਕੁਲ। ਤੇ ਡਾਕਟਰ ਸਾਹਿਬ ਜਸਟ ਵਾਂਟ ਟੂ ਆਸਕ ਯੂ ਫਾਲੋ ਅਪ ਕੁਐਸਚਨਸ ਔਨ ਵਾਟ ਯੂ ਸੈਡ ਰਾਈਟ ਨਾਓ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਓਬਾਮਾ ਜੀ ਨੇ ਧਾਰਮਿਕ ਆਜ਼ਾਦੀ ਬਾਰੇ ਸਿੱਖਾਂ ਦੀ ਗੱਲਬਾਤ ਕੀਤੀ ਜਾਂ ਬਾਕੀ ਹੋਰ ਧਰਮਾਂ ਦੀ ਗੱਲਬਾਤ ਕੀਤੀ, ਪਰ ਲਾਈਕ ਵਾਟ ਡੂ ਯੂ ਥਿੰਕ ਵਿਲ ਬੀ ਦ ਫਿਊਚਰ ਵਿਲ ਬੀ, ਜਿਸ ਤਰ੍ਹਾਂ ਉਹਨੇ ਪ੍ਰੈਸ਼ਰ ਪਾਇਆ ਇੰਡੀਅਨ ਗਵਰਨਮੈਂਟ ਦੇ ਉੱਪਰ ਜਾਂ ਫਿਰ ਉਹਨਾਂ ਨੇ ਗੱਲਬਾਤ ਕੀਤੀ, ਵਾਟ ਡੂ ਯੂ ਥਿੰਕ ਦ ਸਿੱਖ ਫਿਊਚਰ ਵਿਲ ਬੀ ਇਨ ਇੰਡੀਆ ਰਾਈਟ ਨਾਓ? ਨਹੀਂ ਦੇਖੋ, ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਇਹਦੇ ਚੋਂ ਅਸੀਂ ਬਹੁਤ ਇੰਨੇ ਵੀ ਨਾ ਹੋਪਫੁਲ ਹੋ ਜਾਈਏ ਵੀ ਸਮਝੀਏ ਕਿ ਵੀ ਇਹਦੇ ਚੋਂ ਕੋਈ ਸਾਨੂੰ ਖਾਲਿਸਤਾਨ ਕੱਢ ਕੇ ਦੇ ਦੇਣਾ ਹੈ ਜਾਂ ਮੋਦੀ ਨੇ ਜਾਂ ਹਿੰਦੂ ਤਵੀਆਂ ਨੇ ਬਦਲ ਜਾਣਾ ਹੈ। ਇਹਦਾ ਇੰਨਾ ਕੁ ਫਾਇਦਾ ਹੋਇਆ ਕਿ ਜਿਹੜਾ ਉਹ ਸਮਝਦੇ ਸੀ ਵੀ ਅਸੀਂ ਕਲੀਨ ਚਿੱਟ ਲੈ ਕੇ ਕਰਾਂਗੇ, ਉਹ ਹੁਣ ਤੁਸੀਂ ਦੇਖੋਗੇ ਉਹਦੇ ਤੋਂ ਬਾਅਦ ਕੋਈ ਜ਼ਿਕਰ ਵੀ ਨਹੀਂ ਕਰਦਾ। ਨਹੀਂ ਤਾਂ ਇਹਨਾਂ ਨੇ ਦਿੱਲੀ ਦੀਆਂ ਚੋਣਾਂ 'ਚ ਵੀ ਦੇਖੋ ਜੀ ਓਬਾਮਾ ਇਹ ਕਹਿ ਕੇ ਗਿਆ, ਹੁਣ ਕਿਤੇ ਵੀ ਇੱਕਦਮ ਇਸ ਸਪੀਚ ਤੋਂ ਬਾਅਦ ਓਬਾਮਾ ਦਾ ਨਾਂ ਇੰਡੀਅਨ ਮੀਡੀਆ 'ਚੋਂ ਗਾਇਬ ਹੋ ਗਿਆ ਕਿਉਂਕਿ ਗਵਰਨਮੈਂਟ ਸਪਾਂਸਰਡ ਲਾਈਨ ਹੈ। ਸੋ ਉਹਨਾਂ ਨੂੰ ਲੱਗਾ ਵੀ ਇਹ ਤਾਂ ਲੈਣੇ ਦੇ ਦੇਣੇ ਪੈ ਗਏ, ਇਹਨੂੰ ਬਾਹਰ ਕੱਢੋ। ਦੂਸਰਾ ਮੈਂ ਸਮਝਦਾ ਵੀ ਮੁੱਢਲੀ ਗੱਲ ਸਾਡੇ ਪੰਜਾਬ ਦੇ ਕਲਚਰ ਦੇ ਵਿੱਚ ਸਦੀਆਂ ਤੋਂ ਐਕਸਪ੍ਰੈਸ਼ਨ ਹੈ, ਦੁਨੀਆ ਮੰਨਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ ਕਮਜ਼ੋਰਾਂ ਨੂੰ, ਇਹ ਮਾਈਟ ਇਜ਼ ਰਾਈਟ ਅੰਗਰੇਜ਼ੀ 'ਚ ਕਹਿੰਦੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਆਪਣੀ ਤਾਕਤ ਦੇ ਨਾਲ ਆਪਣੇ ਬਲਬੂਤੇ ਦੇ ਉੱਤੇ ਆਪਣੀ ਲੜਾਈ ਲੜਨੀ ਪਏਗੀ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਪਰ ਸਾਨੂੰ ਇੱਕ ਬਾਜ਼ ਅੱਖ ਰੱਖਣ ਦੀ ਲੋੜ ਹੈ ਕਿ ਅਸੀਂ ਜਿੱਥੇ ਜਿੱਥੇ ਦੇਖਦੇ ਹਾਂ ਕਿ ਐਨਮੀ ਜਿਹੜਾ ਕੋਈ ਸਮੋਕ ਸਕਰੀਨ ਕ੍ਰੀਏਟ ਕਰਨਾ ਚਾਹੁੰਦਾ ਹੈ, ਸੋ ਅਸੀਂ ਇਹਨਾਂ ਦੀ ਸਮੋਕ ਸਕਰੀਨ ਨੂੰ ਜਾ ਕੇ ਜ਼ੋਰ ਦੀ ਫਲੈਸ਼ ਲਾਈਟ ਮਾਰ ਕੇ ਇਹਨਾਂ ਦਾ ਹਨੇਰਾ ਦੂਰ ਜ਼ਰੂਰ ਕਰ ਦਿੱਤਾ ਹੈ। ਇੰਨੀ ਕੁ ਅਚੀਵਮੈਂਟ ਅਸੀਂ ਕਹਿ ਸਕਦੇ ਹਾਂ। ਬਾਕੀ ਨਾ ਤਾਂ ਹਿੰਦੂ ਤਵੀਆਂ ਤੇ ਫਰਕ ਪਿਆ ਜਾਂ ਪੈਣਾ, ਉਹਨਾਂ ਦਾ ਸਿਨਿਸਟਰ ਏਜੰਡਾ ਹੈ, 90 ਸਾਲ ਤੋਂ ਪੁਸ਼ ਕਰ ਰਹੇ ਨੇ। ਔਰ ਮੈਂ ਸਮਝਦਾ ਵੀ ਸਿੱਖਾਂ ਨੂੰ ਜ਼ਰੂਰ ਇਸ ਗੱਲ ਦੇ ਉੱਤੇ ਫਖਰ ਹੋਣਾ ਚਾਹੀਦਾ ਹੈ ਕਿ ਭਾਵੇਂ ਸਾਡਾ ਛੋਟਾ ਐਫਰਟ ਹੀ ਸੀ ਪਰ ਉਹਨੇ ਡੈਂਟ ਜ਼ਰੂਰ ਪਾਇਆ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਆਈ ਵੁਡ ਲਾਈਕ ਟੂ ਆਸਕ ਯੂ ਬੀਇੰਗ ਲੀਗਲ ਐਡਵਾਈਜ਼ਰ ਆਫ ਸਿੱਖਸ ਫॉर ਜਸਟਿਸ, ਐਕਚੁਅਲੀ ਆਮ ਸੋ ਸੌਰੀ ਕਿ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਇਸੀ ਮੁੱਦੇ ਦੇ ਉੱਪਰ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਾਂਗੇ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84, we'll be right back after a short break.